ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। 7 ਦਿਨ ਤੇ 8 ਮੇਲੇ, 7 ਦਿਨ ਤੇ 8 ਮੇਲੇ, ਘਰ ਜਾਵਾਂ ਕਿਹੜੇ ਵੇਲੇ। ਲਹਿੰਦੇ ਪੰਜਾਬ ਦਾ ਇੱਕ ਦਿਲ ਏ ਲਾਹੌਰ, ਜਿਹਨੂੰ ਆਖਿਆ ਜਾਂਦਾ ਏ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਅੱਜ ਅਸੀਂ ਗੱਲ ਕਰਾਂਗੇ ਲਾਹੌਰ ਦੇ ਉੱਤੇ। ਲਾਹੌਰ ਦਾ ਪਹਿਲੇ ਨਾਮ ਕੀ ਸੀ ਤੇ ਜਦੀਦ ਦੌਰ ਆਉਣ ਤੋਂ ਬਾਅਦ ਲਾਹੌਰ ਦਾ ਨਾਮ ਕਿਹਨੇ ਰੱਖਿਆ ਸੀ। ਮੁਗਲਿਆ ਦੌਰ ਦੇ ਵਿੱਚ ਕਿਸ ਤਰ੍ਹਾਂ ਇਹਦੇ ਉੱਤੇ ਮੁਗਲਾਂ ਨੇ ਆਪਦੀ ਹਕੂਮਤ ਚਲਾਈ ਏ। ਇਸ ਤੋਂ ਇਲਾਵਾ ਪੁਰਾਣੇ ਲਾਹੌਰ ਦੇ ਵਿੱਚ ਤੇ ਨਵੇਂ ਲਾਹੌਰ ਦੇ ਵਿੱਚ ਕੀ ਕੀ ਚੀਜ਼ਾਂ ਜਦੀਦ ਹੋਈਆਂ ਨੇ। ਮੇਰੇ ਨਾਲ ਮੌਜੂਦ ਨੇ ਅੱਜ ਦੇ ਪੋਡਕਾਸਟ ਦੇ ਵਿੱਚ ਪੰਜਾਬੀ ਦੇ ਸ਼ਾਇਰ ਨਸਰ ਖਿਆਲੀ ਸਾਹਿਬ। ਬਹੁਤ ਸ਼ੁਕਰੀਆ ਸਰ, ਤੁਸੀਂ ਟਾਈਮ ਦਿੱਤਾ। ਤੁਸੀਂ ਤਰੀਕ ਖੋਜਦੇ ਹੋ ਪੰਜਾਬੀ ਦੇ ਵਿੱਚ। ਅੱਜ ਦਾ ਜਿਹੜਾ ਆਪਣਾ ਪ੍ਰੋਗਰਾਮ ਹੈ ਲਾਹੌਰ ਦੇ ਉੱਤੇ, ਇਹਦੇ ਬਾਰੇ ਕੀ ਦੱਸੋਗੇ ਕਿ ਲਾਹੌਰ ਜਿਹੜਾ ਹੈ ਰਾਮ ਚੰਦਰ ਦੇ ਬੇਟੇ ਦੇ ਨਾਮ ਤੋਂ ਇਹਦਾ ਨਾਂ ਕਿਉਂ ਰੱਖਿਆ ਗਿਆ। ਇੰਗਨ ਬਿੰਗਨ ਤਲੀ ਤਲਿੰਗਨ, ਸਾਵਾ ਲਾਟੂ ਪੀਲੀ ਡੋਰ, ਉਡਵੇ ਕਾਵਾਂ ਜਾਵੇਂ ਲਾਹੌਰ, ਜਿੱਥੇ ਪਹਿਲਾ ਪਾਉਂਦੇ ਮੋਰ। ਲਾਹੌਰ ਇਹਦੇ ਬਾਰੇ ਮੁਖਤਲਫ ਰਾਵਾਂ ਨੇ, ਮੁਖਤਲਫ ਗੱਲਾਂ ਕੀਤੀਆਂ ਜਾਂਦੀਆਂ ਨੇ। ਰਾਮ ਚੰਦਰ ਜੀ ਦੇ ਬੇਟੇ ਲੂਹੂ, ਉਹਦਾ ਨਾਂ ਲੂਹੂ ਵੀ ਆਇਆ, ਲਾਹੂ ਵੀ ਆਇਆ। ਔਰ ਕੁਛ ਆਖਦੇ ਨੇ ਰਾਮ ਚੰਦਰ ਜੀ ਦੇ 2 ਪੁੱਤਰ ਸਨ। ਇੱਕ ਦਾ ਨਾਂ ਕਾਸੂ ਸੀ, ਇੱਕ ਦਾ ਨਾਂ ਲੋਹੂ ਸੀ। ਤਾਂ ਕਾਸੂ ਤੋਂ ਕਸੂਰ ਬਣ ਗਿਆ, ਲੋਹੂ ਤੋਂ ਲਾਹੌਰ ਬਣ ਗਿਆ। ਖੈਰ ਇੱਥੇ ਵੀ ਤਹਿਕੀਕ ਦੀ ਗੱਲ ਹੈ, ਲਾਹੌਰ ਕੋਈ ਅੱਜ ਦਾ ਥੋੜ੍ਹੀ ਹੈ। ਲਾਹੌਰ ਤਾਂ ਬੜਾ ਪੁਰਾਣਾ ਹੈ। ਲੋਕ ਦੱਸਦੇ ਨੇ, ਬਲਕਿ ਲਾਹੌਰ ਦੇ ਨਿਸ਼ਾਨ ਦੱਸਦੇ ਨੇ। ਸਾਰੇ ਕਦੀਮਾਂ ਅਸੀਂ ਗੱਲ ਕਰੀਏ ਤਾਂ ਸਾਨੂੰ ਦੱਸਦੇ ਨੇ ਵੀ ਕਬਲ ਮਸੀਹ, ਯਾਨੀ ਅੱਜ ਤੋਂ ਅਸੀਂ ਗੱਲ ਕਰੀਏ 2300-2400 ਸਾਲ ਪਹਿਲੇ, ਤੇ ਉਦੋਂ ਵੀ ਲਾਹੌਰ ਹੈਗਾ ਸੀ। ਲੇਕਿਨ ਜਿਹੜੀ ਬੜੀ ਸਲਾਹੁਣਯੋਗ ਗੱਲ ਆ, ਉਹ ਅੱਜ ਤੋਂ ਕੋਈ 1800-1900 ਸਾਲ ਪਹਿਲੇ ਦੀ ਗੱਲ ਆ ਬਈ ਉਦੋਂ ਲਾਹੌਰ ਦੀ ਨੀਂਹ ਰੱਖੀ ਗਈ। ਅਤੇ ਲੋਹੂ ਤੋਂ ਲਾਹੂ, ਲੋਹੂ ਲੋਹੂ ਲਾਹੂ, ਯਾਨੀ ਇਹਦੇ ਬਹੁਤ ਸਾਰੇ ਨਾਂ ਨੇ। ਅਤੇ ਉੱਥੋਂ ਰਾਮ ਚੰਦਰ ਜੀ ਦੇ ਪੁੱਤਰ ਤੋਂ ਇਹ ਕੰਮ ਸ਼ੁਰੂ ਹੋਇਆ। ਅਤੇ ਅੱਜ ਅਸੀਂ ਲਾਹੌਰ ਨੂੰ ਜਦੋਂ ਵੇਖਦੇ ਹਾਂ ਤਾਂ ਅਸੀਂ ਹੈਰਤ ਨਾਲ ਉੱਠ ਬੈਠਦੇ ਹਾਂ ਬਈ ਲਾਹੌਰ ਤਰੱਕੀ ਕਰਦਾ ਕਰਦਾ ਏਡਾ ਵੱਡਾ ਹੋ ਗਿਆ ਵੀ ਜਿੰਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ। ਇਹ ਮੁਹਾਵਰਾ ਸੱਚ ਸਾਬਤ ਹੋ ਰਿਹਾ। ਅਤੇ ਲਾਹੌਰ ਦੇ ਅਸੀਂ ਅੰਦਰੂਨ ਦੀ ਗੱਲ ਕਰੀਏ ਜਾਂ ਬਰੂਨ ਦੀ ਗੱਲ ਕਰੀਏ ਜਾਂ ਉੱਚੇ ਬੁਰਜ ਲਾਹੌਰ ਦੀ ਗੱਲ ਕਰੀਏ ਜਾਂ ਕਨਈਆ ਲਾਲ ਦੀ ਤਾਰੀਖ ਦੀ ਅਸੀਂ ਗੱਲ ਕਰੀਏ ਜਾਂ ਸ਼ੇਖ ਮੁਹੰਮਦ ਲਤੀਫ ਨੇ ਲਾਹੌਰ ਦੀ ਤਾਰੀਖ ਲਿਖੀ, ਅਸੀਂ ਉਹਦੀ ਗੱਲ ਕਰੀਏ ਅਤੇ ਅਸੀਂ ਲਾਹੌਰ ਨੂੰ ਖੋਜਣ ਲੱਗ ਪਈਏ ਅਤੇ ਆਹ ਸਾਡੀ ਉਮਰ ਬਹੁਤ ਹੀ ਘੱਟ ਆ ਅਤੇ ਲਾਹੌਰ ਇਸ ਤੋਂ ਵੀ ਵੱਡਾ। ਅਤੇ ਫਿਰ ਅਸੀਂ ਇਸ ਸੋਚ ਵਿੱਚ ਡੁੱਬ ਜਾਂਦੇ ਹਾਂ ਵੀ ਲਾਹੌਰ ਦੇ ਇੱਕ ਇੱਕ ਗਲੀ, ਇੱਕ ਇੱਕ ਬਾਜ਼ਾਰ, ਉਹਦੇ ਮੇਲੇ ਠੇਲੇ, ਉਹਦੇ ਰਸਮ ਰਿਵਾਜ, ਉਹਦੇ ਬੂਹੇ ਬਾਰੀਆਂ, ਉਹਦੀਆਂ ਇੱਟਾਂ, ਉਹਦੇ ਮੋੜ, ਉਹਦੇ ਤੰਗ ਗਲੀਆਂ, ਉਹਦੇ ਚੁਬਾਰੇ, ਉਹਦੇ ਛੱਜੇ, ਅਤੇ ਉਹਦੀਆਂ ਸੜਕਾਂ, ਅਤੇ ਉਹਦੇ ਤਾਂਗੇ, ਅਤੇ ਉਹਨਾਂ ਦੇ ਪਕਵਾਨ, ਅਤੇ ਬਜ਼ੁਰਗ, ਅਤੇ ਮਸੀਤਾਂ, ਅਤੇ ਦਰਗਾਹਾਂ, ਅਤੇ ਮੇਲੇ ਠੇਲੇ, ਅਤੇ ਕਿਲ੍ਹੇ, ਅਤੇ ਹਵੇਲੀਆਂ। ਖੈਰ ਉਹਦੇ ਮੈਦਾਨ, ਅਤੇ ਉਹਦੀ ਰਾਗ ਬਹਾਰ, ਅਤੇ ਉਹਦੀ ਬਸੰਤ। ਖੈਰ ਇਹ ਗੱਲਾਂ ਮੁੱਕ ਜਾਣਗੀਆਂ, ਲਾਹੌਰ ਨਹੀਂ ਮੁੱਕਣਾ। ਅਤੇ ਕਿਸੇ ਨੇ ਸਹੀ ਆਖਿਆ ਹੈ ਵੀ 2 ਸ਼ਹਿਰ ਐਸੇ ਨੇ ਦੁਨੀਆ ਵਿੱਚ ਜਦੋਂ ਦੇ ਆਬਾਦ ਹੋਏ ਨੇ ਉਹ ਤਬਾਹ ਨਹੀਂ ਹੋਏ, ਉੱਜੜ ਸਕਦੇ ਨੇ, ਤਬਾਹ ਹੋਣ ਵਿੱਚ ਬੜਾ ਫਰਕ ਹੈ। ਉਹਦੇ 'ਚ ਇੱਕ ਲਾਹੌਰ ਹੈ। ਅਤੇ ਲਾਹੌਰ ਨੂੰ ਕਈ ਵਾਰੀ ਲੁੱਟਿਆ ਗਿਆ। ਸਾਨੂੰ ਇਹ ਵੀ ਤਾਰੀਖ ਦੱਸਦੀ ਤਤਾਰੀਆਂ ਨੇ ਜਿੱਥੇ ਪੂਰੀ ਦੁਨੀਆ ਨੂੰ ਉਹਨਾਂ ਲੁੱਟਿਆ ਹੈ, ਤਬਾਹ ਕੀਤਾ ਹੈ, ਸਿਰਾਂ ਦੇ ਮਨਾਰ ਬਣਾਏ ਨੇ, ਉਹਨਾਂ ਲਾਹੌਰ ਨੂੰ ਵੀ ਲੁੱਟਿਆ ਹੈ। ਅਤੇ ਲਾਹੌਰ ਨੂੰ ਲੁੱਟਣ ਤੋਂ ਬਾਅਦ ਫਿਰ ਇਹਦੀ ਨਵੀਂ ਨੀਂਹ ਰੱਖਣ ਵਾਲੇ, ਇਹਨੂੰ ਅਸਲ ਮੁਕਾਮ 'ਤੇ ਪਹੁੰਚਾਉਣ ਵਾਲੇ, ਸ਼ਾਨੋ ਸ਼ੌਕਤ ਉੱਚੀ ਕਰਨ ਵਾਲੇ ਉਹ ਮੁਗਲ ਨੇ। ਅਤੇ ਉਹਨਾਂ ਲਾਹੌਰ ਨੂੰ ਫਿਰ ਐਸਾ ਸੋਹਣਾ ਅਤੇ ਮਨਮੋਹਣਾ ਅਤੇ ਸੁਚੱਜਾ ਅਤੇ ਸੁਹਾਨੜਾ ਬਣਾ ਦਿੱਤਾ ਵੀ ਅੱਜ ਅਸੀਂ ਲਾਹੌਰ ਨੂੰ ਪਾਕਿਸਤਾਨ ਦਾ ਦਿਲ ਆਖਦੇ ਹਾਂ। ਅਤੇ ਲਹਿੰਦੇ ਪੰਜਾਬ ਦਾ ਸਭ ਤੋਂ ਵੱਡਾ ਜਿਹੜਾ ਸ਼ਹਿਰ ਆ ਉਹ ਲਾਹੌਰ ਹੈ। ਲਾਹੌਰ ਹੀ ਆਖਿਆ ਜਾਂਦਾ ਹੈ। ਬਿਲਕੁਲ ਤੁਹਾਡੀ ਗੱਲ ਠੀਕ ਹੈ। ਅਤੇ ਲਾਹੌਰ ਦਾ ਇਹ ਵੀ ਕਿਹਾ ਜਾਂਦਾ ਹੈ, ਕਹਿੰਦੇ 12 ਦਰਵਾਜ਼ੇ ਨੇ। ਅਤੇ ਉਹਨਾਂ ਦਾ ਨਾਂ ਕਿਹੜਾ ਕਿਹੜਾ ਹੈ। ਜਦੀਦ ਦੌਰ ਦੇ ਵਿੱਚ ਅੱਜ ਵੀ ਲਾਹੌਰ ਦੇ ਵਿੱਚ ਉਹ 12 ਦਰਵਾਜ਼ੇ ਹੈਗੇ ਨੇ ਜਾਂ ਖ਼ਤਮ ਹੋ ਗਏ ਨੇ। ਲਾਹੌਰ ਵੇਖਿਆ ਜਾਵੇ ਤਾਂ ਲਾਹੌਰ ਦੇ 13 ਬੂਹੇ ਨੇ। ਵੱਡੇ ਜਿਹੜੇ ਦਰਵਾਜ਼ੇ ਨੇ ਉਹ 13 ਨੇ, ਮੁਮਨਾ ਦੇ ਨੇ 12 ਨੇ। ਇੱਕ ਉਹਦੀ ਮੋਰੀ ਹੈ ਜਿਹਨੂੰ ਅਸੀਂ ਮੋਰੀ ਗੇਟ ਆਖਦੇ ਹਾਂ। ਤਾਂ ਸਾਬਤ ਹੋਇਆ ਲਾਹੌਰ ਦੇ 10, 12, 14 ਦਰਵਾਜ਼ੇ ਨੇ। ਅਤੇ ਅਗਰ ਮੈਂ ਇਹਦਾ ਨਾਂ ਲੈਣਾ ਸ਼ੁਰੂ ਕਰਦਿਆਂ ਤਾਂ ਮੈਂ ਸ਼ੁਰੂ ਕਰਾਂਗਾ ਭਾਟੀ ਗੇਟ ਤੋਂ। ਭੱਟੀ ਕੌਮ ਤੋਂ ਆਬਾਦ ਹੋਇਆ। ਦਾਤਾ ਦਰਬਾਰ ਦੇ ਸਾਹਮਣੇ ਜਿਹੜਾ ਬੂਹਾ ਹੈ ਵੱਡਾ ਸਾਰਾ, ਉਹਨੂੰ ਅਸੀਂ ਭਾਟੀ ਗੇਟ ਆਖਦੇ ਹਾਂ। ਅਤੇ ਇਹ ਬੜਾ ਤਾਰੀਖੀ ਹੈ।
ਇਹਦੇ ਅੰਦਰ ਲਾਹੌਰ ਦੇ ਬੜੇ ਵੱਡੇ ਅਦੀਬ ਜਿਹਦੇ ਲਾਮਾ ਇਕਬਾਲ ਵੀ ਸ਼ਾਮਲ ਨੇ, ਵੱਡੇ ਪਹਿਲਵਾਨ ਉਹਦੇ ਅੰਦਰ ਉਹਨਾਂ ਦੇ ਅਖਾੜੇ ਮੌਜੂਦ ਨੇ ਅਤੇ ਉਹ ਉੱਥੇ ਆਬਾਦ ਹੋਏ। ਅੱਜ ਵੀ ਉਹ ਥੜੇ, ਅੱਜ ਵੀ ਉਹ ਬੈਠਕਾਂ ਤੇ ਚੁਰਾਹੇ ਉੱਥੇ ਮੌਜੂਦ ਨੇ। ਇੱਥੋਂ ਥੋੜ੍ਹਾ ਜਿਹਾ ਅੱਗੇ ਜਾਂਦੇ ਨੇ ਫਿਰ ਸਾਨੂੰ ਲਾਹੌਰ ਦੇ ਮੋਰੀ ਗੇਟ ਨਜ਼ਰ ਆਉਂਦਾ ਹੈ। ਮੋਰੀ ਗੇਟ ਸਮਝੋ ਨਾ ਵੀ ਨਿੱਕੀ ਜਿਹੀ ਮੋਰੀ ਹੈ, ਨਹੀਂ, ਉਹ ਏਡੀ ਵੱਡੀ ਮੋਰੀ ਹੈ, ਏਡਾ ਵੱਡਾ ਮੋਰਾ ਕਹਿ ਲਓ। ਉੱਥੋਂ ਹਾਥੀ ਲੰਘ ਸਕਦਾ, ਉੱਥੋਂ ਛੋਟਾ ਜਿਹੜਾ ਟਰੱਕ ਹੈ ਮਜ਼ਦਾ ਉਹ ਵੀ ਉੱਥੋਂ ਲੰਘ ਜਾਂਦਾ ਹੈ। ਉਸ ਤੋਂ ਅੱਗੇ ਅਸੀਂ ਆਉਂਦੇ ਹਾਂ ਲਾਹੌਰੀ ਗੇਟ ਅਤੇ ਅਗਲੇ ਦੇ ਅੰਦਰ ਲੁਹਾਰ ਕੌਮ ਆਬਾਦ ਸੀ। ਲੁਹਾਰ ਨਾਰਕਲੀ ਦੇ, ਨਵੀਂ ਨਾਰਕਲੀ ਦੇ ਸਾਹਮਣੇ ਜਿਹੜਾ ਦਰਵਾਜ਼ਾ ਹੈ ਉਹਨੂੰ ਅਸੀਂ ਲੁਹਾਰੀ ਗੇਟ ਅਸੀਂ ਆਖਦੇ ਹਾਂ। ਅਤੇ ਉਹਦੇ ਆਸੇ ਪਾਸੇ ਤੁਹਾਨੂੰ ਅੱਜ ਵੀ ਤੁਸੀਂ ਜਾਓਗੇ ਤੁਹਾਨੂੰ ਐਸੇ ਲੋਕ ਮਿਲਣਗੇ ਜਿਹੜੇ ਪੁਰਾਣੇ ਸਦੀਆਂ ਤੋਂ ਬੈਠੇ ਨੇ, ਔਰ ਉਹਨਾਂ ਦਾ ਜਿਹੜਾ ਰਹਿਣ ਸਹਿਣ ਹੈ ਅੱਜ ਵੀ ਪੁਰਾਣਾ। ਉਹਨਾਂ ਦੇ ਉਹ ਲਾਚੇ ਬੰਨ੍ਹਦੇ ਨੇ, ਤਰੀਦਾਂ ਵਾਲੇ ਉਹ ਕਮੀਜ਼ ਝੱਗੇ ਪਾਦੇ ਨੇ, ਉਹ ਕਿਹੜੀ ਜੁੱਤੀ ਹੈ ਜਿਹੜੀ ਅਸੀਂ ਚੰਮ ਦੀ ਜੁੱਤੀਆਂ ਨੇ ਉਹ ਪਾਦੇ ਨੇ, ਔਰ ਉੱਥੇ ਹਾਰ ਵੇਚ ਰਹੇ ਨੇ। ਬੜੀ ਗੱਲ ਹੈ, ਲਾਹੌਰ ਦੇ ਵਿੱਚ ਅੱਜ ਵੀ ਲੋਕ ਜਿਹੜੇ ਨੇ ਉਹ ਕਮੀਜ਼ਾਂ ਪਾ ਰਹੇ ਨੇ। ਹਾਂਜੀ, ਅੱਜ ਵੀ ਉੱਥੇ ਕੁੜਤੇ ਪਾਉਣ ਵਾਲੇ, ਅੱਜ ਵੀ ਲਾਚੇ ਬੰਨ੍ਹਣ ਵਾਲੇ, ਅੱਜ ਧੋਤੀਆਂ ਪਾਉਣ ਵਾਲੇ ਲੋਕ, ਅੱਜ ਖੁੱਸੇ ਪਾਉਣ ਵਾਲੇ ਲੋਕ ਉੱਥੇ ਬੈਠਦੇ। ਤੁਹਾਨੂੰ ਇੰਝ ਮਹਿਸੂਸ ਹੋਏਗਾ ਵੀ ਅੱਜ ਬੜਾ ਪੁਰਾਣਾ ਪੰਧ ਕਰਕੇ ਤੇ ਅਸੀਂ ਨਾ ਅੱਜ ਪੁਰਾਣੇ ਲਾਹੌਰ 'ਚੋਂ ਆ ਗਏ, ਜਿੱਥੇ ਅੱਜ ਤੋਂ 16-17 ਸਾਲ 100 ਸਾਲ ਦੇ ਪਹਿਲੇ ਦੇ ਲੋਕ ਉੱਥੇ ਬੈਠੇ ਨੇ ਅਤੇ ਉਹਦਾ ਕੰਮਕਾਰ ਕਰਦੇ ਪਏ ਨੇ। ਉਹ ਮਕਾਨਾਂ ਦਾ ਰਹਿਣ ਸਹਿਣ, ਨਿੱਕੀ ਇੱਟ ਜਿਹਨੂੰ ਅਸੀਂ ਨਾਨਕ ਚੰਦੀ ਇੱਟ ਆਖਦੇ ਹਾਂ, ਉਹ। ਉਸ ਤੋਂ ਅੱਗੇ ਅਸੀਂ ਜਾਂਦੇ ਹਾਂ, ਸਾਨੂੰ ਸ਼ਾਹ ਆਲਮ ਦਰਵਾਜ਼ਾ ਨਜ਼ਰ ਆਉਂਦਾ, ਜਿਹਨੂੰ ਅੱਜ ਸ਼ਾਹ ਆਲਮੀ ਦਰਵਾਜ਼ਾ ਆਖਿਆ ਜਾਂਦਾ। ਅਸਲ ਨਾਂ ਸ਼ਾਹ ਆਲਮ ਬਾਦਸ਼ਾਹ ਸੀ, ਮੁਗਲਿਆ ਬਾਦਸ਼ਾਹ ਸੀ। ਉਹਨੇ ਸ਼ਾਹ ਆਲਮ ਦਰਵਾਜ਼ਾ ਬਣਾਇਆ ਉੱਥੇ। ਅੱਜ ਉੱਥੇ ਬੜੀਆਂ ਅੰਦਰ ਮਾਰਕੀਟਾਂ ਨੇ। ਸ਼ਾਹ ਆਲਮ ਦਰਵਾਜ਼ੇ ਦਾ ਨਿਸ਼ਾਨ ਨਹੀਂ ਹੈਗਾ, ਉਹਦੇ ਸਾਹਮਣੇ ਵਾਂਸਾਲਾ ਰੋਡ ਸੜਕ ਨੂੰ ਆਖਦੇ ਹਾਂ। ਅਤੇ ਇਹ ਹੁਣ ਬੜਾ ਵੱਡਾ ਮਸਰੂਫ ਚੌਕ, ਇੱਥੋਂ ਲੰਘਣਾ ਬੜਾ ਮੁਸ਼ਕਿਲ ਹੋ ਗਿਆ। ਉਸ ਤੋਂ ਅੱਗੇ ਚੱਲਦੇ, ਉਹਦਾ ਨਾਂ ਹੈਗਾ ਮੋਚੀ ਦਰਵਾਜ਼ਾ, ਅੱਜ ਜਿਹੜਾ ਆਖਿਆ ਜਾਂਦਾ। ਅਤੇ ਉਹ ਅਸਲ ਸੀ ਮੋਤੀ ਤੋਂ ਵਿਗੜਦਾ ਨਾਮ ਮੋਚੀ ਹੋ ਗਿਆ। ਮੋਤੀ ਆਖਣਾ ਔਖਾ ਹੈ ਅਤੇ ਮੋਚੀ ਕਹਿਣਾ ਬੜਾ ਸੌਖਾ ਹੈ। ਲੋਕ ਹਮੇਸ਼ਾ ਆਸਾਨੀ ਪਾਸੇ ਜਾਂਦੇ ਨੇ। ਅਤੇ ਮੋਚੀ ਦਰਵਾਜ਼ੇ ਬਿਲਕੁਲ ਸੱਜ ਜਾਈਏ ਅਤੇ ਇੱਥੋਂ ਸੱਜੇ ਹੱਥ ਉੱਥੇ ਮੋਚੀ ਗਰਾਊਂਡ ਸੀ, ਮੋਚੀ ਮੈਦਾਨ ਸੀ। ਅਤੇ ਉਹਦੀ ਬੜੀ ਅਹਿਮੀਅਤ ਹੈ ਪਾਕਿਸਤਾਨੀ ਤਾਰੀਖ ਦੇ ਵਿੱਚ। ਉੱਥੇ ਜਿੰਨੇ ਵੱਡੇ ਜਲਸੇ ਹੋਏ ਨੇ ਕਿਸੇ ਵੀ ਹੁਕੂਮਤ ਦੇ ਖਿਲਾਫ, ਬਲਕਿ ਪਾਕਿਸਤਾਨ ਬਣਨ ਤੋਂ ਪਹਿਲਾਂ ਜਦੋਂ ਰਲਿਆ ਮਿਲਿਆ ਦੌਰ ਸੀ, ਇੱਥੇ ਹਿੰਦੂ ਸਿੱਖ ਮੁਸਲਮਾਨ ਇਕੱਠੇ ਰਹਿੰਦੇ ਸੀ। ਅੰਗਰੇਜ਼ ਵੀ ਇੱਥੇ ਹੁਕੂਮਤ ਸੀ, ਟੌਰ ਟੱਪਾ ਸੀ, ਅਤੇ ਉਦੋਂ ਵੀ ਅੰਗਰੇਜ਼ ਦੇ ਖਿਲਾਫ ਇੱਥੇ ਜਲਸੇ ਜਲੂਸ, ਚਾਹੇ ਉਹ ਕਾਂਗਰਸ ਸੀ, ਚਾਹੇ ਮਜਲਿਸ-ਏ ਹਰਾਰ ਸੀ, ਚਾਹੇ ਮੁਸਲਿਮ ਲੀਗ ਸੀ, ਜਾਂ ਜਮੀਅਤ ਉਲਮਾਏ ਹਿੰਦ ਸੀ, ਸੈਯਦ ਤਾਰਾ ਸ਼ਾਹ ਬੁਖਾਰੀ ਵਾਲੇ, ਮੌਲਾਨਾ ਮੁਹੰਮਦ ਅਲੀ ਜੋਹਰ ਵਰਗੇ, ਔਰ ਨਹਿਰੂ ਵਰਗੇ, ਔਰ ਗਾਂਧੀ ਵਰਗੇ ਲੋਕ ਉੱਥੇ ਖਿਤਾਬ ਕਰਦੇ ਰਹੇ ਨੇ। ਉਹਦੇ ਅੰਦਰ ਉਹ ਬੜਾ ਪੁਰਾਣਾ ਹੈ ਮੋਚੀ ਦਰਵਾਜ਼ਾ। ਅੱਜ ਉਹਦੇ ਅੰਦਰ ਵੱਡੀਆਂ ਮਾਰਕੀਟਾਂ ਨੇ। ਅਤੇ ਇਸ ਤੋਂ ਅੱਗੇ ਚੱਲਦੇ ਹਾਂ, ਸਾਨੂੰ ਅੱਗੇ ਕਿਹੜਾ ਦਰਵਾਜ਼ਾ ਨਜ਼ਰ ਆਉਂਦਾ, ਉਹ ਅਕਬਰੀ ਦਰਵਾਜ਼ਾ ਹੈ। ਸ਼ਹਿਨਸ਼ਾਹ ਜਲਾਲੁਦੀਨ ਮੁਹੰਮਦ ਅਕਬਰ ਦਾ ਬਣਾਇਆ ਅਕਬਰੀ ਦਰਵਾਜ਼ਾ। ਉਹਦਾ ਨਿਸ਼ਾਨ ਨਹੀਂ ਹੈਗਾ, ਲੇਕਿਨ ਉੱਥੇ ਪਾਕਿਸਤਾਨ ਦੀ ਜਿੰਨੀ ਗੁੜ ਮੰਡੀ ਜਾਂ ਕਰਿਆਨੇ ਦਾ ਸਮਾਨ, ਜਾਂ ਇਸ ਤੋਂ ਹਟ ਕੇ ਮੇਵੇ, ਖਜੂਰਾਂ, ਪਤਾਸ਼ੇ, ਜਿਹੜਾ ਸਾਡਾ ਕਲਚਰ ਸੀ। ਪਤਾਸ਼ਾ ਤਾਂ ਖਤਮ ਹੋ ਗਿਆ, ਬਤਾਸ਼ਾ ਸਹੀ ਲਫ਼ਜ਼। ਪਤਾਸ਼ਾ ਅਸੀਂ ਹਰ ਮੌਕੇ 'ਤੇ, ਹੁਣ ਤਾਂ ਜਲੇਬੀਆਂ ਆ ਗਈਆਂ, ਹੁਣ ਤਾਂ ਮਠਿਆਈ, ਰਸਗੁੱਲੇ, ਗੁਲਾਬ ਜਾਮੁਨ ਆ ਗਏ। ਉਦੋਂ ਬਤਾਸ਼ੇ ਉੱਥੇ ਲੋਕ ਕੱਢਦੇ ਸਨ, ਅਤੇ ਉਹਨੂੰ ਅਸੀਂ ਅਕਬਰੀ ਮੰਡੀ ਆਖਦੇ ਹਾਂ। ਅਤੇ ਉਸ ਤੋਂ ਅੱਗੇ ਅਗਰ ਅਸੀਂ ਜਾਈਏ ਤਾਂ ਸਾਨੂੰ ਜਿਹੜਾ ਦਰਵਾਜ਼ਾ ਮਿਲਦਾ ਹੈ ਉਹ ਦਿੱਲੀ ਦਰਵਾਜ਼ਾ, ਔਰ ਉਹਦਾ ਰੁੱਖ ਦਿੱਲੀ ਪਾਸੇ। ਇਹ ਢਹਿ ਗਿਆ। ਅੰਗਰੇਜ਼ ਨੇ ਫਿਰ ਇਹਨੂੰ ਅਸਲ ਹਾਲਤ 'ਤੇ ਬਹਾਲ ਕੀਤਾ। ਲਾਹੌਰ ਦਾ ਇੱਕ ਹੀ ਦਰਵਾਜ਼ਾ ਜਿਹੜਾ ਅਸਲ ਮੁਹਾਂਦਰੇ 'ਤੇ ਆ, ਉਹਦਾ ਨਾਂ ਹੈ ਦਿੱਲੀ ਦਰਵਾਜ਼ਾ, ਕਿਉਂਕਿ ਉਹਦਾ ਜਿਹੜਾ ਰੁੱਖ ਹੈ ਉਹ ਦਿੱਲੀ ਦਰਵਾਜ਼ੇ ਪਾਸੇ, ਉਹ ਦਿੱਲੀ ਪਾਸੇ ਆ। ਅਤੇ ਇਹਦੇ ਸਾਹਮਣੇ ਜਿਹਨੂੰ ਅਸੀਂ ਸਰਾਏ ਸੁਲਤਾਨ ਆਉਂਦੇ ਹਾਂ, ਉਹਨੂੰ ਲੰਡਾ ਬਾਜ਼ਾਰ, ਉਹ ਸਟੇਸ਼ਨ ਪਾਸੇ ਚਲੀ ਜਾਂਦੀ। ਹੁਣ ਸਰਾਏ ਸੁਲਤਾਨ ਦਾ ਇੱਕ ਵੱਖਰਾ ਜ਼ਿਕਰ ਪੈ ਜਾਏਗਾ। ਉੱਥੇ ਫਿਰ ਅਸੀਂ ਜਿਹੜੀ ਉਹ ਪੁਰਾਣੀ ਇੱਕ ਮਸਜਿਦ ਦੀ ਵੀ ਸਾਨੂੰ ਇੱਕ ਕਿੱਸਾ ਦੱਸਣਾ ਪੈ ਜਾਏਗਾ, ਜਿਹਨੇ ਹਿੰਦੂ, ਮੁਸਲਿਮ ਅਤੇ ਸਿੱਖਾਂ 'ਤੇ ਬੜਾ ਅਸਰਤ ਕੀਤਾ। ਉਸ ਸਰਾਏ ਸੁਲਤਾਨ ਇੱਕ ਠੇਕੇਦਾਰ ਸੀ, ਉਹਨੇ ਸਰਾਏ ਬਣਾ ਦਿੱਤੀ। ਖੈਰ, ਉਹ ਦਿੱਲੀ ਦਰਵਾਜ਼ਾ ਹੈ। ਅਤੇ ਦਿੱਲੀ ਦਰਵਾਜ਼ਾ ਅਸੀਂ ਅੱਗੇ ਜਾਣੇ, ਦੇ ਅੱਗੇ ਹੈਗਾ ਜ਼ਕੀ ਦਰਵਾਜ਼ਾ, ਉਹਨੂੰ ਅਸੀਂ ਯੱਕੀ ਦਰਵਾਜ਼ਾ ਵੀ ਆਖਦੇ ਹਾਂ। ਸਹੀ ਜ਼ਕੀ ਇੱਕ ਬਜ਼ੁਰਗ ਸਨ, ਉਹਦੇ ਵਜ੍ਹਾ ਤੋਂ ਉਹਨੂੰ ਅਸੀਂ ਜ਼ਕੀ ਹੈ, ਲੇਕਿਨ ਅਸੀਂ ਉਹਨੂੰ ਕਹਿ ਕੇ ਅਸੀਂ ਉਹਨੂੰ ਯੱਕੀ ਦਰਵਾਜ਼ਾ ਆਖਦੇ ਹਾਂ। ਅਤੇ ਉਹ ਛੋਟਾ ਦਰਵਾਜ਼ਾ ਸੀ, ਲੇਕਿਨ ਉਹਦਾ ਵੀ ਸਾਨੂੰ ਅਸਾਰ ਨਹੀਂ ਮਿਲਦਾ। ਔਰ ਉਹਦੇ ਅੰਦਰ ਜਾਈਏ ਤਾਂ ਉਹ ਫਿਰ ਗਲੀਆਂ, ਉਹ ਘੁੰਮਣ ਘਵੇਰੀਆਂ, ਉਹ ਨਿੱਕੀਆਂ ਗਲੀਆਂ, ਤੰਗ ਗਲੀਆਂ, ਜਿਹੜੀਆਂ ਲਾਹੌਰੀਆਂ ਨੂੰ ਆਪਸ 'ਚ ਮਿਲਾਦੀਆਂ, ਅਤੇ ਲੋਕ ਆਪਸ ਦੇ ਵਿੱਚ ਸਫ਼ਰ ਕਰਦੇ ਲਾਹੌਰ ਦੇ ਦੂਜੇ ਕੋਨੇ 'ਤੇ ਆ ਜਾਂਦੇ ਸਨ। ਅਤੇ ਇਹ ਆ ਜ਼ਕੀ ਦਰਵਾਜ਼ਾ। ਉਸ ਤੋਂ ਅੱਗੇ ਵੀ ਬੂਹੇ ਬੜੇ ਨੇ, ਵੱਡੇ ਬੂਹੇ ਨੇ, ਉਹਦਾ ਵੀ ਜ਼ਿਕਰ ਤੁਹਾਡੇ ਨਾਲ ਕਰਨੇ ਆ। ਅਤੇ ਇਸ ਤੋਂ ਇਲਾਵਾ ਅਗਰ ਲਾਹੌਰ ਦੇ ਵਿੱਚ ਤੁਹਾਨੂੰ ਸੈਰ ਕਰਨ ਦਾ ਮੌਕਾ ਮਿਲੇ ਤਾਂ ਤੁਸੀਂ ਕਿਹੜੀ ਜਗ੍ਹਾ ਦੇ ਉੱਤੇ ਸੈਰ ਕਰਨੀ ਪਸੰਦ ਕਰੋਗੇ? ਲਾਹੌਰ ਦੇ ਵਿੱਚ ਘੁੰਮਣਾ ਫਿਰਨਾ, ਟੁਰਨਾ ਫਿਰਨਾ, ਕਿੱਥੇ ਤੁਹਾਨੂੰ ਚੰਗਾ ਲੱਗੇਗਾ? ਦੇਖੋ, ਲਾਹੌਰ ਦੋ ਤਰ੍ਹਾਂ ਦਾ ਹੈ। ਪਹਿਲੇ ਸਾਨੂੰ ਇਹ ਫੈਸਲਾ ਕਰਨਾ ਪਏਗਾ। ਇੱਕ ਲਾਹੌਰ ਹੈ ਬੜਾ ਪੁਰਾਣਾ, ਜਿਹੜਾ ਅਹਿਮਦ ਸ਼ਾਹ ਅਬਦਾਲੀ ਦੇ ਦੌਰ ਦਾ ਹੈ, ਜਿਹੜਾ ਨਾਦਰ ਸ਼ਾਹ ਦੇ ਦੌਰ ਦਾ ਹੈ, ਜਿਹੜਾ ਮੀਰ ਤੈਮੂਰ ਦੇ ਦੌਰ ਦਾ ਹੈ।
ਜਿਹੜਾ ਤਤਾਰੀਆਂ ਦੇ ਦੌਰ ਦਾ ਹੈ, ਜਿਹੜਾ ਮੁਗਲਾਂ ਦੇ ਦੌਰ ਦਾ ਹੈ, ਜਾਂ ਜਿਹੜਾ ਲੋਧੀਆਂ ਦੇ ਦੌਰ ਦਾ, ਜਾਂ ਸ਼ੇਰ ਸ਼ਾਹ ਸੂਰੀ ਦੇ ਦੌਰ ਦਾ ਹੈ, ਇੱਕ ਲਾਹੌਰ ਹੋਏ, ਇੱਕ ਇਹ ਰਾਮ ਚੰਦਰ ਜੀ ਦੇ ਕਿਹੜਾ ਪੋਤੇ ਉਹਦੇ ਦੌਰ ਦਾ ਹੈ, ਉਹ ਅੰਦਰੂਨ ਲਾਹੌਰ ਹੈ। ਉਹਦੇ ਵਿੱਚ ਯਕੀਨਨ ਚੱਲਣਾ ਫਿਰਨਾ ਅੱਛਾ ਲੱਗਦਾ ਹੈ। ਇੱਕ ਅੰਗਰੇਜ਼ ਨੇ ਬਣਾਇਆ ਹੈ, ਜਿਹੜਾ ਅੰਗਰੇਜ਼ ਦਾ ਕਿਹੜਾ ਇਕਤਦਾਰ ਸੀ 1857 ਤੋਂ ਬਾਅਦ ਜਿਹੜਾ ਸ਼ੁਰੂ ਹੋਇਆ, ਜਦੋਂ ਉਹਨੇ 1850 ਤੋਂ ਉਹਨੇ ਸਿੱਖਾਂ ਨੂੰ ਪਿੱਛੇ ਢਾਹ ਦਿੱਤਾ ਅਤੇ ਹਕੂਮਤ ਆਪਦੀ ਪੰਜਾਬ 'ਤੇ ਕਾਇਮ ਕਰ ਲਈ। ਉਹ 100 ਸਾਲ ਦਾ ਕਮਵੇ ਸਾਨੂੰ ਮਿਲਦਾ। ਉਹਨੇ ਫਿਰ ਲਾਹੌਰ ਨੂੰ ਦੀ ਤਰ੍ਹਾਂ ਨਾਲ ਬਣਾਇਆ। ਉਹਨੇ ਲਾਹੌਰ ਦੇ ਕਿਹੜੇ ਆਸੇ ਪਾਸੇ ਕਿਹੜੀ ਦੀਵਾਰ ਸੀ, ਜਿਹਨੂੰ ਫਸੀਲ ਆ ਕੰਧ ਸੀ, ਕੰਧ ਦੇ ਵਿੱਚ ਕਿਹੜੇ 12 ਬੂਹੇ ਸੀ ਜਿਹੜੇ ਰਾਤ ਨੂੰ ਬੰਦ ਹੋ ਜਾਂਦੇ ਸਨ, ਅਤੇ ਉਹਨੇ ਢਾਹ ਦਿੱਤੇ। ਅਤੇ ਜੋ ਢਾਹ ਦਿੱਤੇ ਤਾਂ ਉਹਨੇ ਫਿਰ ਲਾਹੌਰ ਨੂੰ ਖੁੱਲ੍ਹਾ ਕਰ ਦਿੱਤਾ। ਉਹ ਫਿਰ ਲਾਹੌਰ ਖਿਲਰਿਆ ਗੁਲਬਰਗ ਦੀ ਸ਼ਕਲ ਵਿੱਚ, ਲਾਹੌਰ ਮਾਰ ਰੋਡ ਦੀ ਸ਼ਕਲ ਵਿੱਚ, ਲਾਹੌਰ ਫਿਰ ਖਿਲਰਿਆ ਇਹ ਛਾਉਣੀ ਦੀ ਸ਼ਕਲ ਦੇ ਵਿੱਚ, ਲਾਹੌਰ ਫਿਰ ਖਿਲਰਿਆ ਮਜ਼ੰਗ ਦੀ ਸ਼ਕਲ ਦੇ ਵਿੱਚ, ਲਾਹੌਰ ਫਿਰ ਖਿਲਰਿਆ ਇਸ਼ਰੇ ਦੀ ਸ਼ਕਲ ਦੇ ਵਿੱਚ। ਇੱਧਰ ਨਵਾਂ ਕੋਟ ਆ ਜਾਓ, ਮੁਲਤਾਨ ਚੁੰਗੀ ਵਾਲੇ ਪਾਸੇ ਆ ਜਾਓ, ਚਬੂਰਗੀ ਵਾਲੇ ਪਾਸੇ ਆ ਜਾਓ, ਅਤੇ ਜਿਹੜਾ ਉਹ ਮਾਲ ਹੈ ਲੋਅਰ ਮਾਲ ਹੈ ਜਾਂ ਅੱਪਰ ਮਾਲ ਜਿਹਨੂੰ ਆਖਦੇ ਹੁੰਦੇ, ਜਿੰਨੀਆਂ ਵੀ ਬਿਲਡਿੰਗਾਂ ਨੇ ਉਹ ਅੰਗਰੇਜ਼ ਨੇ ਬਣਾਈਆਂ, ਜਿਹਦੇ 'ਚ ਜਿੰਮਖਾਨਾ ਹੈ ਜਾਂ ਜਿਹਦੇ 'ਚੋਂ ਹੋਰ ਜਿਹੜਾ GOR ਹੈ ਉਹ ਅੰਗਰੇਜ਼ ਦੌਰ ਦੇ ਉਹਨੇ ਨੀਵਾਂ ਰੱਖੀਆਂ ਗਈਆਂ ਨੇ। ਅਤੇ ਇੱਕ ਲਾਹੌਰ ਹੋਏ। ਅਤੇ ਮੇਰਾ ਇਹ ਕਹਿਣ ਹੈ ਵੀ ਲਾਹੌਰ ਨੂੰ ਵੇਖਣ ਵਾਸਤੇ ਇੱਕ ਆ ਜਿਹੜੀ ਉਮਰ ਹੈ ਘੱਟ ਹੈ, ਸਾਨੂੰ ਲਾਹੌਰ ਵੇਖਣ ਵਾਸਤੇ ਬੜੀ ਲੰਬੀ ਉਮਰ ਚਾਹੀਦੀ ਹੈ। ਅਤੇ ਲਾਹੌਰ ਫਿਰ ਅਗਰ ਤੁਸੀਂ ਵੇਖਣਾ ਚਾਹੁੰਦੇ ਜੇ ਅੱਖ ਨਾਲ, ਤਾਂ ਫਿਰ ਤੁਸੀਂ ਅੰਦਰੂਨ ਲਾਹੌਰ ਤੁਹਾਨੂੰ ਤੁਰਨਾ ਪਏਗਾ। ਉਹ ਚਾਹੇ ਰਾਤ ਲਾਹੌਰ ਸੌਂਦਾ ਨਹੀਂ, ਲਾਹੌਰ ਜਾਗਦਾ ਰਹਿੰਦਾ। ਤੁਸੀਂ ਨਾਸ਼ਤਾ ਕਰਨਾ ਸਵੇਰੇ ਅੰਦਰੂਨ ਲਾਹੌਰ ਤੋਂ ਤੁਸੀਂ ਕਰੋਗੇ। ਤੁਸੀਂ ਲਾਹੌਰ ਦਾ ਰਹਿਣ ਸਹਿਣ ਵੇਖਣਾ, ਬੋਲੀ ਵੇਖਣੀ। ਜੇ ਲਾਹੌਰ ਦੇ ਅੱਜ ਵੀ ਲੋਕ ਕਿਹੜੇ ਲਾਹੌਰ ਨਹੀਂ ਆਉਂਦੇ, ਲਾਹੌਰ ਆਉਂਦੇ ਨੇ, ਇਹ ਰੇ ਨੂੰ ਡੇ ਬੋਲਦੇ ਨੇ। ਅਤੇ ਉਹ ਬੂਹੇ ਬਾਰੀਆਂ, ਉਹ ਕੰਧਾਂ, ਉਹ ਛੋਟੀਆਂ ਇੱਟਾਂ, ਔਰ ਉਹ ਸ਼ੀਸ਼ੇ ਲੱਗੇ ਹੋਏ, ਔਰ ਪਿਆਰ ਮੁਹੱਬਤ ਦਾਸਤਾਨਾਂ, ਔਰ ਨਿੱਕੀਆਂ ਨਿੱਕੀਆਂ ਤੰਗ ਗਲੀਆਂ ਵੇਖਣਾ, ਚੁਰਾਹੇ ਵੇਖਣਾ ਚਾਹੁੰਦੇ ਜੇ, ਲਾਹੌਰ ਦੇ ਮਹੱਲੇ ਵੇਖਣਾ ਚਾਹੁੰਦੇ ਜੇ, ਤਾਂ ਉਹਦੇ ਵਾਸਤੇ ਮੈਂ ਤਾਂ ਆਖਾਂਗਾ ਮੈਨੂੰ ਤਾਂ ਪਸੰਦ ਹੈ ਵੀ ਮੈਂ ਇਹ ਸਵੇਰੇ ਨਿਕਲਾਂ ਅਤੇ ਉਦੋਂ ਹੀ ਵਾਪਸ ਆਵਾਂ ਜਦੋਂ ਮੈਂ ਅੰਦਰੋਂ ਲਾਹੌਰ ਦੀ ਗਲੀ ਦੀ ਇੱਕ ਇੱਕ ਇੱਟ 'ਤੇ ਆਪਦੀ ਨਜ਼ਰ ਫੇਰ ਲਵਾਂ। ਅਤੇ ਇਸ ਤੋਂ ਇਲਾਵਾ ਜਿਹੜਾ ਪੁਰਾਣਾ ਲਾਹੌਰ ਸੀ ਅਤੇ ਹੁਣ ਦਾ ਜਦੀਦ ਦੌਰ ਦਾ ਲਾਹੌਰ ਹੈ, ਉਹਦੇ ਵਿੱਚ ਕੀ ਫਰਕ ਪਿਆ ਅਤੇ ਲਾਹੌਰ ਦੇ ਵਿੱਚ ਕੀ ਨਵਾਂ ਆਇਆ ਜਿਹਨੂੰ ਲੋਕ ਜਾਂਦੇ ਨੇ ਅਤੇ ਬੜਾ ਖੁਸ਼ ਹੋ ਕੇ ਵੇਖਦੇ ਨੇ? ਦੇਖੋ, ਲਾਹੌਰ ਦੇ ਵਿੱਚ ਤੁਸੀਂ ਹੈਰਾਨ ਹੋਵੋਗੇ, ਅੱਜ ਵੀ ਖੋਤੇ ਨੇ। ਅੱਛਾ। ਹਾਂਜੀ, ਅੱਜ ਵੀ ਜਿਹੜੀ ਪੁਰਾਣੀ ਬਿਲਡਿੰਗ ਬਣਦੀ ਹੈ ਉਹਦਾ ਮਟੀਰੀਅਲ, ਉਹਦੀਆਂ ਇੱਟਾਂ ਰੋੜੇ, ਉਹਦੀ ਮਿੱਟੀ ਢੋਣ ਵਾਸਤੇ ਅੱਜ ਵੀ ਖੋਤੇ ਕੰਮ ਕਰਦੇ ਨੇ। ਛੱਟੀਆਂ ਉੱਤੇ ਲੱਦੀਆਂ ਨੇ, ਉੱਥੇ ਉਹ ਮਿੱਟੀ ਪਾਦੇ ਨੇ, ਉੱਥੇ ਲਾਦੇ ਨੇ, ਅੰਦਰੋਂ ਲੈ ਵੀ ਜਾਂਦੇ ਨੇ, ਸ਼ਹਿਰ ਦੇ ਵਿੱਚ ਲੈ ਵੀ ਆਦੇ ਨੇ। ਇਹ ਅੱਜ ਦੇ ਮੈਂ ਲਾਹੌਰ ਦੀ ਗੱਲ ਕਰਦਾ ਪਿਆ, ਕਿਉਂਕਿ ਉੱਥੇ ਵੱਡੀ ਗੱਡੀਆਂ ਨਹੀਂ ਜਾ ਸਕਦੀਆਂ, ਉੱਥੇ ਰੇੜੇ ਜਾ ਸਕਦੇ, ਉੱਥੇ ਤਾਂਗੇ ਜਾ ਸਕਦੇ ਨੇ, ਉੱਥੇ ਗੱਡਾਂ ਜਾ ਸਕਦੀਆਂ ਨੇ, ਉੱਥੇ ਸਾਈਕਲਾਂ ਜਾ ਸਕਦੇ, ਉੱਥੇ ਤੁਸੀਂ ਪੈਦਲ ਜਾ ਸਕਦੇ ਜੀ। ਬਲਕਿ ਕੁਛ ਗਲੀਆਂ ਜਿਵੇਂ ਉਹ ਮੁਸ਼ਤਾਕ ਯੂਸਫੀਆ ਹੈ, ਬੇੜੀਆਂ ਤੰਗ ਗਲੀਆਂ ਨੇ, ਇੱਕ ਪਾਸੋਂ ਬੰਦਾ ਜਾ ਰਿਹਾ, ਇੱਕ ਪਾਸੋਂ ਬੁੱਢੀ ਜਾ ਰਹੀ, ਉੱਥੇ ਦਰਮਿਆਨ ਵਿੱਚ ਜਗ੍ਹਾ ਕਿਹੜੀ ਬਣਦੀ ਹੈ, ਉਹ ਨਿਕਾਲ ਹੀ ਬਣਦੀ ਹੈ। ਅਤੇ ਉਹ ਅੰਦਰੂਨ ਲਾਹੌਰ, ਉੱਥੇ ਹੁਣ ਖਾਬੇ ਨੇ, ਉੱਥੇ ਖਾਣੇ ਨੇ, ਉੱਥੇ ਲਾਹੌਰ ਦਾ ਰਿਵਾਜ ਹੈ, ਉੱਥੇ ਲਾਹੌਰ ਦੀਆਂ ਰਸਮਾਂ ਨੇ, ਉੱਥੇ ਲਾਹੌਰ ਦਾ ਰਹਿਣ ਸਹਿਣ ਹੈ, ਉੱਥੇ ਲਾਹੌਰ ਦੀਆਂ ਜੰਝਾਂ ਨੇ, ਉੱਥੇ ਲਾਹੌਰ ਦੀ ਤੁਹਾਨੂੰ ਬੋਲੀ ਨਜ਼ਰ ਆ ਰਹੀ ਹੈ, ਉੱਥੇ ਲਾਹੌਰ ਦੀਆਂ ਅੱਜ ਵੀ ਉਹ ਪੁਰਾਣੀਆਂ ਦਾਸਤਾਨਾਂ ਕਿਹੜੇ ਸੋਨੇ ਅੱਜ ਤੋਂ ਨਜ਼ਰ ਆਉਣਗੀਆਂ। ਇੰਝ ਲੱਗਦਾ ਵੀ ਜਿਵੇਂ ਆਹ ਕਿਹੜਾ ਛਾਂ ਜੀ ਹੈ, ਜਾਂ ਜਿਹੜਾ ਇਹ ਕਿਹੜਾ ਹਨੇਰਾ ਜਿਹਾ, ਇਹਦੇ ਪਿੱਛੇ ਯਕਦਮ ਕੋਈ ਜਾਦੂਗਰ ਜਾਂ ਕੋਈ ਐਸਾ ਡਰਾਉਣੀ ਸ਼ਕਲ ਸਾਹਮਣੇ ਆ ਜਾਏਗੀ, ਤੁਹਾਨੂੰ ਉਹ ਲੋਕ ਨਜ਼ਰ ਆਉਂਦੇ ਨੇ। ਅਤੇ ਉਹ ਅੰਦਰੂਨ ਲਾਹੌਰ। ਅਤੇ ਅਗਰ ਅਸੀਂ ਬਾਹਰ ਦਾ ਲਾਹੌਰ ਨੂੰ ਵੇਖੀਏ ਤਾਂ ਉਹਦੇ ਵਿੱਚ ਸਾਨੂੰ ਮੈਟਰੋ ਨਜ਼ਰ ਆਉਂਦੀ ਹੈ, ਸਾਨੂੰ ਔਰੰਜ ਲਾਈਨ ਨਜ਼ਰ ਆਉਂਦੀ, ਸਾਨੂੰ ਸਟੇਟ ਬੈਂਕ ਦੀ ਵੱਡੀ ਸਾਰੀ ਬਿਲਡਿੰਗ ਨਜ਼ਰ ਆਉਂਦੀ, ਸਾਨੂੰ ਸ਼ਾਲਾਮਾਰ ਬਾਗ ਨਜ਼ਰ ਆਉਂਦਾ, ਸਾਨੂੰ ਲਾਰਨਸ ਗਾਰਡਨ ਨਜ਼ਰ ਆਉਂਦਾ, ਸਾਨੂੰ ਸ਼ਿਮਲਾ ਪਹਾੜੀ ਵੀ ਨਜ਼ਰ ਆਉਂਦੀ ਹੈ। ਅਤੇ ਸਾਨੂੰ ਉਹ ਹੁਣ ਲਾਹੌਰ ਤਾਂ ਖਿਲਰ ਗਿਆ, ਲਾਹੌਰ ਤਾਂ ਆ ਗਿਆ ਹੁਣ ਕਸੂਰ ਦੇ ਲਾਗੇ। ਸ਼ਾਹੀ ਕਿਲ੍ਹੇ ਦੇ ਵਿੱਚ ਅਤੇ ਮਨਾਰੇ ਪਾਕਿਸਤਾਨ ਦੇ ਵਿੱਚ ਲਾਹੌਰ ਦੇ ਕਿੰਨੇ ਰਾਜ਼ ਛੁਪੇ ਹੋਏ ਨੇ, ਇਹਦੇ ਬਾਰੇ ਕੀ ਦੱਸੋਗੇ? ਸ਼ਾਹੀ ਕਿਲ੍ਹਾ ਅਗਰ ਵੇਖੀਏ ਤਾਂ ਸ਼ਾਹੀ ਕਿਲ੍ਹੇ ਵਿੱਚ ਸਾਨੂੰ ਮੁਖਤਲਿਫ ਸਕਾਫਤਾਂ ਨਜ਼ਰ ਆ ਰਹੀਆਂ ਨੇ। ਉਹਦੇ 'ਚ ਮਹਿਮੂਦ ਗਜ਼ਨਵੀ ਦੀਆਂ ਤਮੀਰਾਂ ਸ਼ਾਮਲ ਨੇ, ਉਹਦੇ ਸਿੱਖਾਂ ਦੀਆਂ ਵੀ ਸ਼ਾਮਲ ਨੇ, ਉਹਦੇ 'ਚ ਮੁਗਲਾਂ ਦੀਆਂ ਵੀ ਸ਼ਾਮਲ ਨੇ, ਉਹਦੇ 'ਚ ਰਾਜਪਾਲ ਦੀਆਂ ਵੀ ਸ਼ਾਮਲ ਨੇ, ਉਹਦੇ 'ਚ ਅੰਗਰੇਜ਼ਾਂ ਦੀਆਂ ਵੀ ਸ਼ਾਮਲ ਨੇ। ਅਤੇ ਸ਼ਾਹੀ ਕਿਲ੍ਹਾ ਜਿਹੜਾ ਬਜ਼ਾਹਿਰ ਉੱਤੋਂ ਨਜ਼ਰ ਆ ਰਿਹਾ, ਉੱਤੋਂ ਤੁਸੀਂ ਨਾ ਵੇਖੋ, ਤੁਸੀਂ ਇਹਦੇ ਤਹਿਖਾਨੇ 'ਚ ਉਤਰੋ, ਥੱਲੇ ਇਹਦੀਆਂ ਜਿਹੜੀਆਂ ਗੁਲਾਮ ਗਰਦਸ਼ਾਂ ਨੇ, ਤੁਸੀਂ ਇਹਨਾਂ ਵਿੱਚ ਉਤਰੋ, ਤੁਹਾਨੂੰ ਉੱਥੇ ਤਾਂ ਇਹ ਭੁੱਟੋ ਦੀ ਜਿਹੜਾ ਜਿਹਨੂੰ ਭੁੱਟੋ ਨੂੰ ਕੈਦ ਰੱਖਿਆ, ਭੁੱਟੋ ਉਹ ਵੀ ਨਜ਼ਰ ਆਉਂਦਾ, ਜਿੱਥੇ ਹਸਨ ਨਾਸਰ ਵੀ ਉੱਥੇ ਨਜ਼ਰ ਆਉਂਦਾ। ਅਤੇ ਉੱਥੇ ਜਨਾਬ ਬੜੇ ਕੈਂਪ ਨੇ, ਉੱਥੇ ਸਿਆਸੀ ਕੈਦੀਆਂ ਵਾਸਤੇ ਜੇਲ੍ਹਾਂ ਨਜ਼ਰ ਆ ਰਹੀਆਂ ਨੇ। ਅਤੇ ਉਹਦੇ ਵਿੱਚ ਫੁੱਲ ਵੀ ਹੋ ਰਹੀ ਹੈ। ਕੁਛ ਲੋਕ ਆਖਦੇ ਨੇ ਵੀ ਸ਼ਾਹੀ ਕਿਲ੍ਹੇ ਥੱਲੋਂ ਸੁਰੰਗਾਂ ਰਾਵੀਓ ਪਾਰ ਜਾਂਦੀਆਂ ਸਨ, ਕੋਈ ਦਿੱਲੀ ਤੱਕ ਪਹੁੰਚਾ ਦਿੰਦੇ ਨੇ। ਅਤੇ ਇਹਦੇ ਬਾਰੇ ਉਹ ਲਾਹੌਰ ਨੂੰ ਖੋਲ ਰਹੇ ਨੇ। ਉਹਦੀ ਜਿਹੜੀ ਦੀਵਾਰ ਸੀ, ਦੁਨੀਆ ਸਭ ਤੋਂ ਵੱਡੀ ਦੀਵਾਰ ਸੀ ਰੰਗ ਰੋਗਨ ਵਾਲੀ ਤਸਵੀਰਾਂ ਵਾਲੀ, ਉਹ ਨਾ ਬਹਾਲ ਕਰਤੇ, ਅੰਦਰ ਵੀ ਕੰਮ ਹੋ ਰਿਹਾ। ਅਤੇ ਅਗਰ ਵੇਖੀਏ ਲਾਹੌਰ ਦਾ ਸ਼ਾਹੀ ਕਿਲ੍ਹਾ ਤਾਂ 1500 ਸਾਲ ਪੁਰਾਣਾ ਹੈ। ਅਤੇ ਅਗਰ ਥੋੜ੍ਹਾ ਜਿਹਾ 4-5 ਕਿੱਲਿਆਂ ਦਾ ਹੀ ਫਰਕ ਹੈ ਨਾ, ਉੱਥੇ ਤਾਂ ਮਨਾਰੇ ਪਾਕਿਸਤਾਨ ਹੈ। ਅਤੇ ਮਨਾਰੇ ਪਾਕਿਸਤਾਨ ਸਾਨੂੰ ਪਾਕਿਸਤਾਨ ਬਣਾਉਣ ਦੀ ਗੱਲ ਦੱਸਦਾ ਹੈ। ਉਹਦੇ 'ਚੋਂ ਜਦੋਂ ਜਲਸਾ ਹੋਇਆ 23 ਮਾਰਚ 1940 ਨੂੰ, ਉਹ ਦੱਸਦਾ ਹੈ। ਅਤੇ ਫਰਕ
7-8 ਕਿੱਲਿਆਂ ਦਾ ਹੈ, ਲੇਕਿਨ ਸਦੀਆਂ 1000 ਕੁ ਸਾਲ ਇੱਥੇ ਬਣ ਜਾਂਦਾ, 8-10 ਸਦੀਆਂ ਦਾ ਇੱਥੇ ਬਣ ਜਾਂਦਾ। ਤੇ ਲੋਕਾਂ ਨੇ ਫਿਰ ਜਦੋਂ ਮਨਾਰੇ ਪਾਸ ਸਾਡੇ ਕੋਲ ਤਾਂ ਪੈਸੇ ਘੱਟ ਸੀ, ਅਸੀਂ ਸੈਲਮੇ ਦੀ ਟਿਕਟ ਲਾਈ। ਉਸ ਦੌਰ 'ਚੋਂ ਕਿਹੜਾ ਮਸਊਦ ਸੀ ਸਰ, ਮਸਊਦ ਨੇ ਜਿਹੜੀ ਕਿਤਾਬ ਲਿਖੀ ਵਾਜਿਦ ਮੁਖਤਾਰ ਮਸਊਦ ਨੇ, ਉਹਦੇ 'ਚ ਬਕਾਇਦਾ ਉਹਨੇ ਲਿਖਿਆ ਹੈ ਬਈ ਸਾਡੇ ਕੋਲ ਤਾਂ ਪੈਸਾ ਘੱਟ ਸੀ, ਸਾਡੇ ਕੋਲ ਪੈਸਾ ਪੂਰਾ ਹੀ ਨਹੀਂ ਸੀ, ਤੇ ਅਸੀਂ ਫਿਰ ਉਹ ਸੈਲਮੇ ਦੀ ਟਿਕਟ ਲਾਈ। ਜਿਹੜੇ ਲੋਕ ਬਲਕਿ ਮਾਲੀਆ ਨਾਬੀਆ ਨੇ, ਜਿਹੜੇ ਕਿਸਾਨਾਂ ਨੇ ਆਪਦੀ ਫਸਲਾਂ 'ਤੇ ਟੈਕਸ ਦਿੱਤਾ, ਤੇ ਉਹ ਫਿਰ ਮਨਾਰੇ ਪਾਕਿਸਤਾਨ ਬਣੇ। ਤੇ ਆਖਰ ਦੇ ਉੱਤੇ ਲਾਹੌਰ ਦੇ ਬਾਰੇ ਤੁਸੀਂ ਕੀ ਪੈਗਾਮ ਦੇਵੋਗੇ, ਕੀ ਦੱਸੋਗੇ ਕਿ ਲਾਹੌਰ ਹੀ ਆਖਿਆ ਜਾਂਦਾ, ਤੇ ਇੱਕ ਸ਼ਹਿਰੀ ਦੇ ਨਾਲ ਅੱਜ ਦੇ ਪ੍ਰੋਗਰਾਮ ਤੋਂ ਤੁਹਾਡੇ ਕੋਲੋਂ ਇਜਾਜ਼ਤ ਲਵਾਂਗੇ, ਤੇ ਇੱਕ ਸਾਨੂੰ ਸ਼ੇਅਰ ਸੁਣਾਓ ਅੱਜ ਦੇ ਪ੍ਰੋਗਰਾਮ ਤੋਂ। ਅੱਜ ਗਲਤ ਹੋ ਗਿਆ, ਇੱਕ ਮਿੰਟ। ਐਂਡ ਤੇ ਇਹ ਸਵਾਲ ਹੀ ਕਰ ਵੀ ਬਹੁਤ ਸ਼ੁਕਰੀਆ ਤੁਹਾਡਾ, ਐਂਡ ਤੇ ਤੁਸੀਂ ਨਾਜ਼ਰੀਨ ਨੂੰ ਮਿਲਾਣਾ ਬਲਕਿ ਵਿੱਚ ਇੱਕ ਲੈਣੇ ਚਾਹੀਦੇ ਉਹ ਕਰ ਲਾਂ। ਐਂਡ ਦੇ ਉੱਤੇ ਜਿਹੜੇ ਪੰਜਾਬੀ ਦੇ ਸ਼ਾਇਰ ਨੇ, ਵੱਡੇ ਸ਼ਾਇਰ ਨੇ ਲਹਿੰਦੇ ਪੰਜਾਬ ਦੇ, ਉਹਨਾਂ ਕੋਲੋਂ ਇੱਕ ਸ਼ੇਅਰ ਸੁਣਾ ਦੇ ਅੱਜ ਦੇ ਪ੍ਰੋਗਰਾਮ ਦੇ ਹਵਾਲੇ ਦੇ ਨਾਲ। ਉਹਨਾਂ ਤੁਹਾਨੂੰ ਸਾਰੀ ਗੱਲਬਾਤ ਦੱਸੀ ਹੈ ਕਿ ਲਾਹੌਰ ਹੀ ਹੈ, ਤੇ ਲਾਹੌਰ ਦੀਆਂ ਇਸ ਤਰ੍ਹਾਂ ਦੀਆਂ ਵੀਡੀਓ ਵੇਖਣ ਵਾਸਤੇ ਇਸ ਚੈਨਲ ਨੂੰ ਵੀ ਸਬਸਕ੍ਰਾਈਬ ਕਰੋ, ਤਾਂ ਕਿ ਤੁਹਾਨੂੰ ਲਾਹੌਰ ਦੀਆਂ ਇਸ ਤਰ੍ਹਾਂ ਦੀਆਂ ਮਜ਼ੀਦ ਦਿਲਚਸਪ ਗੱਲਾਂ ਬਾਤਾਂ, ਮੇਲੇ ਠੇਲੇ ਮਿਲਣ। ਹਾਂਜੀ ਸਰ। ਇਸ ਤਾਂਘ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲਵਾਂਗੇ ਬਈ ਲਾਹੌਰ ਹੈ, ਇਹ ਜ਼ਿੰਦਾ ਦਿਲਾਂ ਦਾ ਸ਼ਹਿਰ ਹੈ, ਤੇ ਤੁਸੀਂ ਸਾਡੇ ਨਾਲ ਜੁੜੇ ਰਹੋ। ਅਗਲੇ ਪ੍ਰੋਗਰਾਮ ਦੇ ਅਸੀਂ ਹੋਰ ਗੱਲਾਂ ਕਰਾਂਗੇ। 7 ਦਿਨ ਤੇ 8 ਮੇਲੇ, 7 ਦਿਨ ਤੇ 8 ਮੇਲੇ, ਘਰ ਜਾਵਾਂ ਕਿਹੜੇ ਵੇਲੇ, ਘਰ ਜਾਵਾਂ ਕਿਹੜੇ ਵੇਲੇ, ਅੱਲਾ ਨਿਗਹਿਬਾਨ।